सो विद्यार्थियों, जिस तरह अपने लगातार लैक्चर टीचिंग लर्निंग प्रोसैस विषय ਦੇ ਵਿੱਚ लगातार ਚੱਲ ਰਹੇ ਨੇ, ਉਸੇ ਤਰ੍ਹਾਂ ਅਸੀਂ ਇਸ ਦਾ ਜਿਹੜਾ ਸਾਡਾ ਵਿਸ਼ਾ ਚੱਲ ਰਿਹਾ ਸੀ ਅਧਿਆਪਨ ਸੂਤਰ। ਅਸੀਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਅਧਿਆਪਨ ਸੂਤਰ ਦੇ ਬਾਰੇ ਜਾਣਿਆ ਕਿ ਅਧਿਆਪਨ ਸੂਤਰ ਦੇ ਅਰਥ ਕੀ ਨੇ, ਅਧਿਆਪਨ ਸੂਤਰ ਤੋਂ ਅਸੀਂ ਕੀ ਸਮਝਦੇ ਹਾਂ ਔਰ ਅਧਿਆਪਨ ਸੂਤਰ ਨੇ ਜਿਹੜੇ ਉਹਦਾ ਅਧਿਆਪਨ ਦੇ ਵਿੱਚ ਕੀ ਸਥਾਨ ਹੈ, ਉਹਨਾਂ ਦੀ ਕੀ ਭੂਮਿਕਾ ਹੈ ਔਰ ਉਹ ਕੀ ਰੋਲ ਹੈ ਜਿਹੜਾ ਉਹ ਪਲੇ ਕਰਦੇ ਨੇ ਅਧਿਆਪਨ ਨੂੰ ਵਧੀਆ ਬਣਾਉਣ ਦੇ ਲਈ, ਅਧਿਆਪਨ ਨੂੰ ਰੌਚਕ ਬਣਾਉਣ ਦੇ ਲਈ ਔਰ ਅਧਿਆਪਨ ਦੀਆਂ ਲੋੜਾਂ ਦੀ ਪੂਰਤੀ ਦੇ ਲਈ। ਸੋ ਅਸੀਂ ਉਸ ਦੇ ਬਾਰੇ ਗੱਲ ਕਰ ਰਹੇ ਸੀ। ਉਸ ਦੇ ਵਿੱਚ ਅਸੀਂ ਅਧਿਆਪਨ ਦੀਆਂ ਵਿਸ਼ੇਸ਼ਤਾਵਾਂ ਔਰ ਜਿਹੜਾ ਅਧਿਆਪਨ ਦਾ ਜਿਹੜਾ ਅਧਿਆਪਨ ਸੂਤਰ ਦਾ ਜਿਹੜਾ ਮਹੱਤਵ ਹੈ, ਅਸੀਂ ਉਸ ਦੇ ਬਾਰੇ ਜਾਣ ਰਹੇ ਸੀ ਕਿ ਕਿਸ ਤਰ੍ਹਾਂ ਉਹਦਾ ਕੀ ਸਥਾਨ ਹੈ। ਉਹ ਸਾਡਾ ਜਿਹੜਾ ਲਗਾਤਾਰ ਵਿਚਾਰ ਹੈ ਉਸ ਦੇ ਬਾਰੇ ਅਸੀਂ ਜਾਰੀ ਰੱਖਾਂਗੇ ਕਿ ਅਧਿਆਪਨ ਹੈ ਜਿਹੜਾ ਜਾਂ ਅਧਿਆਪਨ ਦੇ ਵਿੱਚ ਕਹਿ ਸਕਦੇ ਹਾਂ ਜਾਂ ਅਧਿਆਪਨ ਸੂਤਰ ਨੇ ਜਿਹੜਾ ਉਹਨਾਂ ਦਾ ਅਧਿਆਪਨ ਦੇ ਵਿੱਚ ਕੀ ਮਹੱਤਵ ਹੈ ਔਰ ਅਸੀਂ ਆਪਣੇ ਅਗਲੇ ਮਹੱਤਵ ਦੀ ਗੱਲ ਕਰੀਏ ਉਸ ਦਿਨ ਅਸੀਂ ਕੁਝ ਵਿਸ਼ੇਸ਼ਤਾਵਾਂ ਦੀ ਔਰ ਅਸੀਂ ਕੁਝ ਮਹੱਤਵਾਂ ਦੇ ਬਾਰੇ ਅਸੀਂ ਵਿਚਾਰ ਕੀਤੀ ਸੀ ਔਰ ਅਸੀਂ ਇਸੇ ਚੀਜ਼ ਨੂੰ ਜਾਰੀ ਰੱਖਦੇ ਹਾਂ। ਔਰ ਸਾਡਾ ਅਗਲਾ ਮਹੱਤਵ ਹੈਗਾ ਉਹ ਹੈਗਾ ਕਿ ਸਿੱਖਣ ਲਈ ਪ੍ਰੇਰਿਤ ਕਰਨਾ। ਜਿਹੜੇ ਅਧਿਆਪਨ ਸੂਤਰ ਨੇ ਉਹ ਸਿੱਖਣ ਲਈ ਪ੍ਰੇਰਿਤ ਕਰਦੇ ਨੇ, ਭਾਵ ਕਿ ਵਿਦਿਆਰਥੀਆਂ ਦੇ ਪੱਖ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਵਿਦਿਆਰਥੀ ਨੇ ਜਿਹੜੇ ਜਦੋਂ ਅਧਿਆਪਨ ਚੱਲ ਰਿਹਾ ਹੁੰਦਾ ਜਾਂ ਜਦੋਂ ਅਧਿਆਪਨ ਪ੍ਰਕਿਰਿਆ ਚੱਲ ਰਹੀ ਹੁੰਦੀ ਆ ਤਾਂ ਵਿਦਿਆਰਥੀਆਂ ਦੇ ਵਿੱਚ ਉਸ ਸਮੇਂ ਜਿਹੜੀ ਸਿੱਖਣ ਪ੍ਰਕਿਰਿਆ ਉਹ ਚੱਲ ਰਹੀ ਹੁੰਦੀ ਹੈ। ਅਧਿਆਪਨ ਅਤੇ ਸਿੱਖਣ ਜਿਹੜੀ ਪ੍ਰਕਿਰਿਆ ਉਹ ਦੋਵੇਂ ਇਕੱਠੀਆਂ ਚੱਲਦੀਆਂ ਨੇ। ਸੋ ਅਸੀਂ ਅਗਲੇ ਜਿਹੜੀ ਸਾਡੀ ਮਹੱਤਤਾ ਹੈਗੀ ਆ ਜਾਂ ਅਧਿਆਪਨ ਸੂਤਰ ਦੀ ਜਿਹੜੀ ਅਗਲੀ ਵਿਸ਼ੇਸ਼ਤਾ ਹੈਗੀ ਆ ਉਹ ਇਹੀ ਹੈ ਕਿ ਸਿੱਖਣ ਲਈ ਪ੍ਰੇਰਿਤ ਕਰਨਾ। ਸਿੱਖਣ ਲਈ ਕਰਨਾ ਕਿ ਜਿਹੜਾ ਅਧਿਆਪਨ ਸੂਤਰ ਨੇ ਉਹ ਸਿੱਖਣ ਨੂੰ ਪ੍ਰੇਰਿਤ ਕਰਦੇ ਨੇ। ਅਧਿਆਪਨ ਭਾਵ ਉਹ ਜੇ ਅਧਿਆਪਨ ਨੂੰ ਰੌਚਕ ਬਣਾਉਂਦੇ ਨੇ, ਜੇ ਉਹ ਅਧਿਆਪਨ ਨੂੰ ਕਹਿ ਲਓ ਕਿ ਦਿਲਚਸਪ ਬਣਾਉਂਦੇ ਨੇ ਜਾਂ ਅਧਿਆਪਨ ਦੀ ਜਿਹੜੀ ਵਿਸ਼ਾ ਸਮੱਗਰੀ ਆ ਜਾਂ ਅਧਿਆਪਨ ਦੇ ਵਿੱਚ ਜੋ ਕਾਰਜ ਨੇ ਉਹਨਾਂ ਨੂੰ ਸੌਖਾ ਬਣਾਉਂਦੇ ਨੇ ਔਰ ਜਾਂ ਕਹਿ ਲਓ ਕਿ ਉਹਨਾਂ ਨੂੰ ਸਪਸ਼ਟ ਕਰਦੇ ਨੇ, ਉਹਨਾਂ ਨੂੰ ਸਰਲ ਬਣਾਉਂਦੇ ਨੇ, ਜਿਹਦੇ ਨਾਲ ਕੀ ਹੁੰਦਾ ਕਿ ਜਿਹੜੇ ਵਿਦਿਆਰਥੀ ਨੇ ਉਸ ਦੇ ਵਿੱਚ ਵੱਧ ਤੋਂ ਵੱਧ ਇੰਟਰਸਟ ਲੈਂਦੇ ਨੇ। ਅਸੀਂ ਉਸ ਦਿਨ ਗੱਲ ਕੀਤੀ ਸੀ ਕਿ ਵਿਦਿਆਰਥੀ ਨੇ ਜਿਹੜੇ ਉਹ ਦਿਲਚਸਪ ਤਰੀਕੇ ਦੇ ਨਾਲ ਪੜ੍ਹਨਾ ਚਾਹੁੰਦੇ ਨੇ, ਉਹਨਾਂ ਨੂੰ ਰੌਚਕ ਗੱਲਾਂ ਜਾਂ ਰੌਚਕ ਕਹਾਣੀਆਂ ਜਿਹੜੀਆਂ ਰੌਚਕ ਉਦਾਹਰਨਾਂ ਹੁੰਦੀਆਂ ਨੇ ਉਹ ਅੱਛੀਆਂ ਲੱਗਦੀਆਂ ਨੇ ਔਰ ਉਹ ਵੱਧ ਤੋਂ ਵੱਧ ਸੌਖਾ ਤਰੀਕਾ ਜਿਹੜਾ ਉਹ ਲੱਭਦੇ ਨੇ ਸਿੱਖਣ ਦੇ ਲਈ ਕਿ ਜਮਾਤ ਦੇ ਵਿੱਚ ਉਹਨਾਂ ਨੂੰ ਕੋਈ ਔਖਾਈ ਨਾ ਆਵੇ, ਉਹ ਵੱਧ ਤੋਂ ਵੱਧ ਉਹਨਾਂ ਨੂੰ ਸੌਖੇ ਰਸਤੇ ਨੇ ਜਿਹੜੇ ਜਾਂ ਕਹਿ ਲਓ ਕਿ ਸੌਖੇ ਕਾਰਜ ਨੇ ਉਹ ਮਿਲਣ। ਸੋ ਇੱਥੇ ਅਸੀਂ ਇਹੀ ਚੀਜ਼ ਦਾ ਫਰਕ ਹੋਏਗਾ ਕਿ ਜਿਹੜੇ ਅਧਿਆਪਨ ਸੂਤਰ ਨੇ ਉਹ ਸਿੱਖਣ ਲਈ ਪ੍ਰੇਰਿਤ ਹੀ ਇਸ ਕਰਕੇ ਕਰਦੇ ਨੇ ਕਿ ਉਹ ਅਧਿਆਪਨ ਨੂੰ ਸੌਖਾ ਬਣਾਉਂਦੇ ਨੇ, ਅਧਿਆਪਨ ਨੂੰ ਦਿਲਚਸਪ ਬਣਾਉਂਦੇ ਨੇ, ਅਧਿਆਪਨ ਦੀ ਜਿਹੜੀ ਵਿਸ਼ਾ ਸਮੱਗਰੀ ਹੈ ਉਸ ਨੂੰ ਦਿਲਚਸਪ ਬਣਾਉਂਦੇ ਨੇ। ਜਾਂ ਜਦੋਂ ਅਧਿਆਪਨ ਵਿਧੀਆਂ ਦੀ ਚੋਣ ਕਰਨੀ ਹੈ, ਅਧਿਆਪਨ ਕਾਰਜਾਂ ਦੇ ਵਿੱਚ ਅਸੀਂ ਕਹਿ ਲਓ ਕਿ ਕੁਝ ਨਾ ਕੁਝ ਜਿਹੜੇ ਸਰੋਤ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਸਿੱਖਣਾ ਹੁੰਦਾ, ਭਾਵੇਂ ਉਹ ਪ੍ਰਯੋਗੀ ਸਰੋਤ ਹੋਣ ਤੇ ਭਾਵੇਂ ਸਾਡੇ ਉਹ ਕੁਝ ਨਾ ਕੁਝ ਅਧਿਐਨ ਕਰਨ ਦੇ ਲਈ ਹੋਣ, ਕਿ ਉਹਨਾਂ ਨੂੰ ਉਹ ਸੌਖਾ ਬਣਾਉਂਦੇ ਨੇ। ਕਿ ਜਿਸ ਤਰ੍ਹਾਂ ਅਸੀਂ ਕਹੀਏ ਕਿ ਜਿਹੜਾ ਅਧਿਆਪਕ ਹੈ ਉਹਦਾ ਕਾਰਜ ਜਿੰਨਾ ਕੁ ਸਪਸ਼ਟ ਹੋਏਗਾ ਔਰ ਜਿੰਨਾ ਕੁ ਉਹਦਾ ਕਾਰਜ ਹੈ ਜਿਹੜਾ ਸਧਾਰਨ ਹੋਏਗਾ ਔਰ ਜਿੰਨਾ ਕੁ ਉਹਦਾ ਕਾਰਜ ਹੈ ਜਿਹੜਾ ਕਹਿ ਲਓ ਕਿ ਵਿਦਿਆਰਥੀਆਂ ਦੀ ਮਾਨਸਿਕ ਪੱਧਰ ਦੇ ਮੁਤਾਬਕ ਹੋਏਗਾ, ਵਿਦਿਆਰਥੀਆਂ ਦੀਆਂ ਲੋੜਾਂ ਦੇ ਮੁਤਾਬਕ ਹੋਏਗਾ ਔਰ ਵਿਦਿਆਰਥੀਆਂ ਦੀਆਂ ਕਮੀਆਂ ਨੂੰ ਮੁੱਖ ਰੱਖਦੇ ਹੋਏਗਾ, ਉਹਨਾਂ ਦਾ ਜਿਹੜਾ ਅਧਿਆਪਨ ਕਾਰਜ ਹੈ ਉਹ ਜ਼ਿਆਦਾ ਅੱਛਾ ਬਣੇਗਾ ਜਾਂ ਕਹਿ ਲਓ ਕਿ ਉਹਦਾ ਜਿਹੜਾ ਸਿੱਖਣਾ ਉਹ ਜ਼ਿਆਦਾ ਸਫਲ ਹੋਏਗਾ। ਉਸ ਦੇ ਨਾਲ ਕੀ ਹੋਏਗਾ ਕਿ ਜਿਹੜਾ ਵਿਦਿਆਰਥੀ ਨੇ ਉਹ ਜ਼ਿਆਦਾ ਸਿੱਖ ਸਕਣਗੇ, ਵਿਦਿਆਰਥੀਆਂ ਦੇ ਉੱਪਰ ਕੋਈ ਕਹਿ ਲਓ ਕਿ ਦਬਾਅ ਨਹੀਂ ਹੋਏਗਾ। ਅਸੀਂ ਇੱਕ ਅਧਿਆਪਨ ਵਿਧੀਆਂ ਦੀ ਗੱਲ ਕਰੀਏ ਜਿਸ ਤਰ੍ਹਾਂ ਕੋਈ ਖੇਡ ਵਿਧੀ ਹੋ ਸਕਦੀ ਹੈ ਜਾਂ ਕੋਈ ਭਰਮਣ ਵਿਧੀ ਕਿ ਵਿਦਿਆਰਥੀਆਂ ਨੂੰ ਜਦੋਂ ਅਸੀਂ ਕੋਈ ਹਿਸਟਰੀ ਦਾ ਕੋਈ ਚੈਪਟਰ ਪੜ੍ਹਾਉਣਾ ਤਾਂ ਅਸੀਂ ਵਿਦਿਆਰਥੀਆਂ ਨੂੰ ਉਸ ਜਗ੍ਹਾ ਦੇ ਉੱਪਰ ਵੀ ਲਿਜਾ ਸਕਦੇ ਹਾਂ ਜੋ ਸਾਡੀ ਪਹੁੰਚ ਦੇ ਵਿੱਚ ਹੋਵੇ।
ਅਸੀਂ ਇੱਕ ਛੋਟੀ ਜੀ ਉਦਾਹਰਨ ਲਈਏ ਤਾਂ ਪੰਜਾਬੀ ਦੇ ਵਿੱਚ ਜਾਂ ਹਿਸਟਰੀ ਦੇ ਵਿੱਚ ਅਸੀਂ ਬੱਚਿਆਂ ਨੂੰ ਖਾਲਸਾ ਪੰਥ ਦੀ ਸਾਜਨਾ ਦੇ ਬਾਰੇ ਪੜ੍ਹਾਉਂਦੇ ਹਾਂ ਕਿ 1699 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਉਹ ਸਥਾਨ ਕਿਹੜਾ ਸੀ ਅਨੰਦਪੁਰ ਸਾਹਿਬ ਔਰ ਉਹ ਕਹਿ ਲਓ ਕਿ ਉੱਥੋਂ ਦੀ ਥਾਂ ਅਨੰਦਪੁਰ ਸਾਹਿਬ ਦੀ ਕਿਹੜੀ ਸੀ ਕੇਸਗੜ੍ਹ ਸਾਹਿਬ ਕੇਸਗੜ੍ਹ ਦਾ ਜਿਹੜਾ ਮੈਦਾਨ ਸੀ ਕੇਸਗੜ੍ਹ ਸਾਹਿਬ ਦਾ ਜਿਹੜਾ ਮੈਦਾਨ ਸੀ ਉਸ ਦੇ ਵਿੱਚ ਕੀਤੀ ਔਰ ਉਸ ਦੇ ਵਿੱਚ ਅਸੀਂ ਕਈ ਵਾਰ ਕੀ ਹੁੰਦਾ ਕਿ ਸਾਡਾ ਅਸੀਂ ਕੋਈ ਇੱਕ ਕਹਿ ਲਓ ਕਿ ਪ੍ਰੋਗਰਾਮ ਦੇ ਦੌਰਾਨ ਅਸੀਂ ਬੱਚਿਆਂ ਨੂੰ ਉਸ ਜਗ੍ਹਾ ਦੇ ਤੇ ਲਿਜਾ ਸਕਦੇ ਹਾਂ ਉਸ ਜਗ੍ਹਾ ਦੇ ਬਾਰੇ ਦੱਸ ਸਕਦੇ ਹਾਂ ਔਰ ਸੈਕੰਡ ਗੱਲ ਹੈਗੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਹਿਸਟਰੀ ਦੇ ਵਿੱਚ ਜਿਹੜੇ ਬਾਰੇ ਪੜ੍ਹਾਉਂਦੇ ਹਾਂ ਹਰਿਮੰਦਰ ਸਾਹਿਬ ਬਾਰੇ ਪੜ੍ਹਾਉਂਦੇ ਹਾਂ ਅਕਾਲ ਤਖਤ ਸਾਹਿਬ ਬਾਰੇ ਪੜ੍ਹਾਉਂਦੇ ਹਾਂ ਤਾਂ ਅਸੀਂ ਬੱਚਿਆਂ ਨੂੰ ਉੱਥੇ ਲਿਜਾ ਵੀ ਸਕਦੇ ਹਾਂ ਜਿਹਦੇ ਨਾਲ ਕੀ ਹੋਏਗਾ ਕਿ ਵਿਦਿਆਰਥੀ ਨੇ ਜਿਹੜੇ ਉਸ ਚੀਜ਼ ਦੇ ਅਨੁਭਵ ਦੇ ਨਾਲ ਉਸ ਚੀਜ਼ ਦੇ ਸੰਪਰਕ ਦੇ ਵਿੱਚ ਆਉਣ ਦੇ ਨਾਲ ਉਹ ਜ਼ਿਆਦਾ ਸਿੱਖ ਸਕਣਗੇ ਸੋ ਇੱਥੇ ਇਹੀ ਹੈ ਕਿ ਅਧਿਆਪਨ ਸੂਤਰ ਨੇ ਜਿਹੜੇ ਅਧਿਆਪਨ ਸੂਤਰ ਕੀ ਨੇ ਕਿ ਉਹਨਾਂ ਨੂੰ ਅਸੀਂ ਵਰਤੋਂ ਕਿਵੇਂ ਕਰਨੀ ਹੈ ਭਾਵੇਂ ਜਿਸ ਤਰ੍ਹਾਂ ਅਸੀਂ ਅਧਿਆਪਨ ਵਿਧੀਆਂ ਦੀ ਵਰਤੋਂ ਕਰਦੇ ਹਾਂ ਆਪਣੇ ਦਿਮਾਗ ਦੇ ਨਾਲ ਜਾਂ ਆਪਣੀ ਖੋਜ ਦੇ ਨਾਲ ਉਹ ਅਧਿਆਪਨ ਵਿਧੀਆਂ ਦੀ ਵਰਤੋਂ ਕਿਵੇਂ ਕਰਨੀ ਹੈ ਉਹ ਅਧਿਆਪਨ ਸੂਤਰ ਨੇ ਜਿਹੜਾ ਉਸ ਨੂੰ ਵੀ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਸਾਨੂੰ ਦੱਸਦੇ ਨੇ ਜਾਂ ਸਾਨੂੰ ਕਹਿ ਲਓ ਕਿ ਸਾਡਾ ਮਾਰਗਦਰਸ਼ਨ ਕਰਦੇ ਨੇ ਕਿ ਅਧਿਆਪਨ ਵਿਧੀਆਂ ਦੀ ਵਰਤੋਂ ਕਿਵੇਂ ਕਰਨੀ ਹੈ ਜੇ ਅਸੀਂ ਖੇਡ ਵਿਧੀ ਦੀ ਵਰਤੋਂ ਕਰਨੀ ਹੈ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਔਰ ਜੇ ਅਸੀਂ ਕਹਿ ਲਓ ਕਿ ਕੋਈ ਖੋਜ ਕਰਤਾ ਵਿਧੀ ਦੀ ਜਾਂ ਕੋਈ ਸਮੱਸਿਆ ਹੱਲ ਵਿਧੀ ਦੀ ਅਸੀਂ ਵਰਤੋਂ ਕਰਨੀ ਹੈ ਉਹਨੂੰ ਕਿਹੜੇ ਤਰੀਕੇ ਨਾਲ ਕਰਨੀ ਹੈ ਕਦੋਂ ਕਰਨੀ ਆ ਉਹ ਵੀ ਸਾਨੂੰ ਅਧਿਆਪਨ ਸੂਤਰ ਨੇ ਜਿਹੜਾ ਦੱਸਦੇ ਨੇ ਉਸ ਨੂੰ ਸੌਖਾ ਬਣਾਉਂਦੇ ਨੇ ਜਿਸ ਦੇ ਨਾਲ ਕੀ ਹੁੰਦਾ ਕਿ ਵਿਦਿਆਰਥੀ ਨੇ ਜਿਹੜੇ ਸੌਖੇ ਨੂੰ ਦੇਖ ਕੇ ਦਿਲਚਸਪ ਨੂੰ ਦੇਖ ਕੇ ਔਰ ਸਪਸ਼ਟਤਾ ਨੂੰ ਦੇਖ ਕੇ ਉਹ ਅਧਿਆਪਨ ਦੇ ਨਾਲ ਜੁੜ ਜਾਂਦੇ ਨੇ ਔਰ ਉਹਨਾਂ ਦਾ ਜਿਹੜਾ ਸਿੱਖਣਾ ਉਹ ਸਫਲ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਅਧਿਆਪਨ ਸੂਤਰ ਨੇ ਉਹ ਸਿੱਖਣ ਲਈ ਪ੍ਰੇਰਿਤ ਕਰਦੇ ਨੇ ਵੱਧ ਤੋਂ ਵੱਧ ਸਿੱਖਣ ਲਈ ਔਰ ਵਿਦਿਆਰਥੀਆਂ ਨੂੰ ਸ਼ਾਮਲ ਕਰਦੇ ਨੇ ਔਰ ਅਸੀਂ ਆਪਣੀ ਅਗਲੀ ਵਿਸ਼ੇਸ਼ਤਾ ਦੀ ਕਿ ਅਧਿਆਪਨ ਸੂਤਰ ਦੀ ਹੋਰ ਕਿਹੜੀ ਵਿਸ਼ੇਸ਼ਤਾ ਹੈ ਅਧਿਆਪਨ ਸੂਤਰ ਦਾ ਹੋਰ ਕਿਹੜਾ ਮਹੱਤਵ ਹੈ ਜਿਹਦੇ ਨਾਲ ਕੀ ਹੈ ਕਿ ਜਿਹੜਾ ਸਿੱਖਣਾ ਵੀ ਸਫਲ ਹੋ ਜਾਂਦਾ ਔਰ ਅਧਿਆਪਨ ਵੀ ਸਫਲ ਹੋ ਜਾਂਦਾ ਉਹ ਹੈ ਕੀ ਹੈ ਕਿਉਂਕਿ ਇਕਾਗਰਤਾ ਹੁਣ ਅਸੀਂ ਅਗਲੀ ਗੱਲ ਕਰਦੇ ਹਾਂ ਇਕਾਗਰਤਾ ਵਿੱਚ ਸਹਾਇਕ ਕਿ ਭਾਵ ਕਿ ਜਦੋਂ ਅਸੀਂ ਕੋਈ ਕਾਰਜ ਕਰ ਰਹੇ ਹੁੰਦੇ ਹਾਂ ਸਾਡਾ ਜਿੰਨਾ ਡੂੰਘਾਈ ਦੇ ਨਾਲ ਉਸ ਚੀਜ਼ ਦੇ ਵੱਲ ਧਿਆਨ ਹੋਊਗਾ ਭਾਵੇਂ ਅਸੀਂ ਅਧਿਆਪਨ ਕਰ ਰਹੇ ਹੋਈਏ ਭਾਵੇਂ ਅਸੀਂ ਸਿੱਖ ਰਹੇ ਹੋਈਏ ਔਰ ਭਾਵੇਂ ਅਸੀਂ ਕੋਈ ਹੋਰ ਕਾਰਜ ਕਰ ਰਹੇ ਹੋਈਏ ਅਸੀਂ ਕੋਈ ਵੀ ਕੰਮ ਕਰਦੇ ਹਾਂ ਸਿੱਖਿਆ ਖੇਤਰ ਦੇ ਵਿੱਚ ਅਸੀਂ ਜਿੰਨੀ ਕੁ ਡੂੰਘਾਈ ਦੇ ਨਾਲ ਜਿੰਨਾ ਕੁ ਅਸੀਂ ਆਪਣੇ ਦਿਮਾਗ ਨੂੰ ਉੱਥੇ ਹਾਜ਼ਰ ਰੱਖ ਕੇ ਉਹ ਕੰਮ ਕਰਾਂਗੇ ਉਹਨਾਂ ਹੀ ਉਸ ਦੇ ਨਤੀਜੇ ਨੇ ਜਿਹੜੇ ਉਹ ਸਾਨੂੰ ਮਿਲਣਗੇ ਜੇਕਰ ਅਸੀਂ ਕਿਸੇ ਚੀਜ਼ ਦੇ ਵੱਲ ਇਕਾਗਰਤਾ ਭਾਵ ਸਾਡੇ ਕੰਟੈਂਸ਼ਨ ਹੀ ਨਹੀਂ ਹੋਊਗੀ ਕਿ ਹਾਂ ਅਸੀਂ ਇਹ ਕੰਮ ਕਰ ਰਹੇ ਹਾਂ ਸਾਡਾ ਦਿਮਾਗ ਕਿਤੇ ਹੋਰ ਕੰਮ ਕਰ ਰਿਹਾ ਹੋਊਗਾ ਔਰ ਸਾਡਾ ਸਰੀਰ ਹੈ ਜਿਹੜਾ ਕਿਤੇ ਹੋਰ ਕੰਮ ਕਰ ਰਿਹਾ ਹੋਊਗਾ ਅਸੀਂ ਦਿਮਾਗੀ ਤੌਰ ਤੇ ਗੈਰ ਹਾਜ਼ਰੀ ਹੈ ਜਿਹੜੀ ਸਾਡੀ ਉੱਤੇ ਹੋਊਗੀ ਤਾਂ ਉਸ ਕਾਰਜ ਦੇ ਜਿਹੜੇ ਨਤੀਜੇ ਨੇ ਉਹਨਾਂ ਦੀ ਅਸੀਂ ਪ੍ਰਾਪਤੀ ਨਹੀਂ ਕਰ ਸਕਦੇ ਸੋ ਇਸੇ ਤਰ੍ਹਾਂ ਅਧਿਆਪਨ ਹੈ ਸਿੱਖਣ ਹੈ ਜਮਾਤ ਦੇ ਵਿੱਚ ਜਾ ਕੇ ਉਹ ਕਲਾਸਰੂਮ ਦੇ ਵਿੱਚ ਜਿੰਨੀਆਂ ਵੀ ਐਕਟੀਵਿਟੀਜ਼ ਹੁੰਦੀਆਂ ਨੇ ਉਸ ਦੇ ਵਿੱਚ ਜਿੰਨੀ ਇਕਾਗਰਤਾ ਹੋਏਗੀ ਜਿੰਨਾ ਸਾਡਾ ਧਿਆਨ ਹੋਏਗਾ ਔਰ ਜਿੰਨਾ ਅਸੀਂ ਦਿਮਾਗ ਤੋਂ ਔਰ ਅਸੀਂ ਕਹਿ ਲਓ ਕਿ ਆਪਣੀ ਮਾਨਸਿਕ ਜਿਹੜੀ ਸਾਡੀ ਹਾਜ਼ਰੀ ਉੱਥੇ ਹੋਏਗੀ ਉਹਨੇ ਸਾਨੂੰ ਉਸ ਦੇ ਨਤੀਜੇ ਜਿਹੜੇ ਪ੍ਰਾਪਤ ਹੋਣਗੇ ਔਰ ਅਸੀਂ ਅਗਲੀ ਗੱਲ ਕਰਦੇ ਹਾਂ ਇਕਾਗਰਤਾ ਵਿੱਚ ਸਹਾਇਕ ਔਰ ਅਸੀਂ ਇਕਾਗਰਤਾ ਦੀ ਗੱਲ ਇਹੀ ਕਰ ਰਹੇ ਹਾਂ ਕਿ ਸਾਨੂੰ ਮਾਨਸਿਕ ਤੌਰ ਤੇ ਉੱਤੇ ਹਾਜ਼ਰੀ ਹੈ ਜਿਹੜੀ ਸਾਡੀ ਚਾਹੀਦੀ ਹੈ ਅਸੀਂ ਜਮਾਤ ਦੀ ਗੱਲ ਕਰੀਏ ਤਾਂ ਜਿਹੜੇ ਵਿਦਿਆਰਥੀ ਨੇ ਜਦੋਂ ਅਧਿਆਪਕ ਹੈ ਜਿਹੜਾ ਉਹ ਆਪਣੇ ਵਿਚਾਰਾਂ ਨੂੰ ਸਾਂਝਾ ਕਰ ਰਿਹਾ ਹੁੰਦਾ ਹੈ ਆਪਣੇ ਕੋਈ ਕਹਾਣੀ ਦੇ ਰੂਪ ਦੇ ਵਿੱਚ ਹੋਵੇ ਚਾਹੇ ਕੋਈ ਉਹ ਕਿਸੇ ਚੀਜ਼ ਦੀ ਵਿਆਖਿਆ ਕਰ ਰਿਹਾ ਹੋਵੇ ਕੁਝ ਵੀ ਸਾਨੂੰ ਜਿਹੜਾ ਦੱਸ ਰਿਹਾ ਹੋਵੇ ਤਾਂ ਵਿਦਿਆਰਥੀਆਂ ਦਾ ਜਿਹੜਾ ਧਿਆਨ ਹੈ ਉਹ ਸੁਣਨ ਦੇ ਵਿੱਚ ਉਹ ਵੇਖਣ ਦੇ ਵਿੱਚ ਕੋਈ ਪ੍ਰਯੋਗ ਹੋ ਰਿਹਾ ਤਾਂ ਵਿਦਿਆਰਥੀਆਂ ਦਾ ਧਿਆਨ ਜਿਹੜਾ ਉਸ ਪ੍ਰਯੋਗ ਦੇ ਵਿੱਚ ਜੋ ਵੀ ਪ੍ਰੈਕਟੀਕਲ ਹੋ ਰਿਹਾ ਉਸ ਦੇ ਵਿੱਚ ਹੋਣਾ ਚਾਹੀਦਾ ਫਿਰ ਹੀ ਉਹ ਸਿੱਖ ਸਕਦੇ ਨੇ ਕੇਵਲ ਜਦੋਂ ਅਧਿਆਪਕ ਜਿਹੜਾ ਕਿਸੇ ਚੀਜ਼ ਦੀ ਵਿਆਖਿਆ ਕਰ ਰਿਹਾ ਕਿਸੇ ਅਰਥਾਂ ਦੇ ਬਾਰੇ ਦੱਸ ਰਿਹਾ ਕਿਸੇ ਚੀਜ਼ ਦੇ ਭਾਵ ਅਰਥ ਦੱਸ ਰਿਹਾ ਤਾਂ
ਤਾਂ ਵਿਦਿਆਰਥੀਆਂ ਦਾ ਜਿਹੜਾ ਧਿਆਨ ਹੈ ਉੱਥੇ ਹੋਣਾ ਚਾਹੀਦਾ। ਨਾ ਕਿ ਵਿਦਿਆਰਥੀ ਇਹ ਹੋ ਸਕਦਾ ਕਿ ਸਰੀਰਕ ਰੂਪ ਦੇ ਵਿੱਚ ਤਾਂ ਇੱਥੇ ਬੈਠੇ ਹੋਣ, ਪਰ ਮਾਨਸਿਕ ਤੌਰ ਦੇ ਵਿੱਚ ਜੇਕਰ ਉਹਨਾਂ ਦਾ ਧਿਆਨ ਹੈ ਜਿਹੜਾ ਇੱਧਰ ਉੱਧਰ ਹੋਏਗਾ ਜਾਂ ਆਪਣੀ ਕਲਾਸ ਤੋਂ ਬਾਹਰ ਹੋਏਗਾ, ਤਾਂ ਉਹ ਕੀ ਹੈ ਉਸ ਨੂੰ ਪੂਰਨ ਨਹੀਂ ਸਿੱਖ ਸਕਣਗੇ, ਜਾਂ ਜਿਹੜੇ ਕੁਝ ਪੁਆਇੰਟ ਨੇ ਉਹ ਮਿਸ ਹੋ ਜਾਣਗੇ ਉਹਨਾਂ ਦੇ ਦਿਮਾਗ ਦੇ ਵਿੱਚੋਂ, ਜਿਹਦੇ ਨਾਲ ਕੀ ਹੋਏਗਾ ਉਹਨਾਂ ਦਾ ਜਿਹੜਾ ਕਾਰਜ ਹੈ ਉਹ ਅੱਛੇ ਤਰੀਕੇ ਨਾਲ ਜਿਹੜਾ ਨੇਪਰੇ ਨਹੀਂ ਚੜ ਸਕਦਾ ਹੈਗਾ। ਸੋ ਇੱਥੇ ਅਸੀਂ ਗੱਲ ਕਰੀਏ ਕਿ ਜਮਾਤ ਦੇ ਵਿੱਚ ਕੋਈ ਵੀ ਕਾਰਜ ਕਰਨਾ, ਉਹਦੇ ਅਧਿਆਪਨ ਦਾ ਕਾਰਜ ਕਰਨਾ ਇੱਕ ਅਧਿਆਪਕ ਦੇ ਲਈ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਧਿਆਪਨ ਦੇ ਦੌਰਾਨ ਜਿਹੜਾ ਅਧਿਆਪਕ ਹੈ ਉਹ ਵੀ ਕਿਰਿਆਸ਼ੀਲ ਚਾਹੀਦਾ, ਕਿਉਂਕਿ ਕਿਰਿਆਸ਼ੀਲਤਾ ਦੇ ਨਾਲ ਹੀ ਇਕਾਗਰਤਾ ਆਏਗੀ। ਜੇਕਰ ਅਸੀਂ ਕਹੀਏ ਕਿ ਕਿਰਿਆਸ਼ੀਲ ਹੋਣ ਦੀ ਜ਼ਰੂਰਤ ਨਹੀਂ, ਅਸੀਂ ਕਹਿ ਲਓ ਕਿ ਅਸੀਂ ਜਵਾਨੀ ਤੌਰ ਤੇ ਇੱਥੇ ਹੈਗੇ ਹਾਂ, ਅਸੀਂ ਜੋ ਦੱਸ ਰਹੇ ਹਾਂ ਸਹੀ ਦੱਸ ਰਹੇ ਹਾਂ, ਇਸ ਤਰ੍ਹਾਂ ਨਹੀਂ ਕਿ ਭਾਵੇਂ ਵਿਦਿਆਰਥੀ ਹੋਣ ਉਹਨਾਂ ਦਾ ਕਿਰਿਆਸ਼ੀਲ ਹੋਣਾ ਜ਼ਰੂਰੀ ਹੈ। ਕਿਰਿਆਸ਼ੀਲਤਾ ਦੇ ਨਾਲ ਹੀ ਅਧਿਆਪਨ ਦੀਆਂ ਜਿਹੜੀਆਂ ਜਾਂ ਸਿੱਖਣ ਦੀਆਂ ਜਿਹੜੀਆਂ ਕਾਰਜ ਨੇ ਜਾਂ ਸਿੱਖਣ ਦੀਆਂ ਜੋ ਗਤੀਵਿਧੀਆਂ ਨੇ ਉਸ ਦੇ ਵਿੱਚ ਸ਼ਾਮਲ ਆ ਜਿਹੜਾ ਉਹ ਕਹਿ ਲਓ ਕਿ ਕਾਰਜਸ਼ੀਲ ਹੋਣ ਦੇ ਨਾਲ, ਐਕਟਿਵ ਹੋਣ ਦੇ ਨਾਲ ਹੀ ਇੱਥੇ ਇਕਾਗਰਤਾ ਆ ਸਕਦੀ ਹੈ। ਹੁਣ ਅਸੀਂ ਕਹਿ ਲਓ ਕਿ ਸਾਡਾ ਦਿਮਾਗ ਔਰ ਸਾਡਾ ਅਸੀਂ ਸਰੀਰਕ ਰੂਪ ਦੇ ਵਿੱਚ ਜਿੱਥੇ ਹਾਜ਼ਰ ਹੁੰਦੇ ਹਾਂ, ਅਸੀਂ ਪਹਿਲਾਂ ਵੀ ਗੱਲ ਕੀਤੀ ਕਿ ਸਾਨੂੰ ਉਸੇ ਚੀਜ਼ ਦੇ ਪੂਰਨ ਨਤੀਜੇ ਨੇ ਜਿਹੜੇ ਮਿਲਦੇ ਨੇ। ਭਾਵ ਕਿ ਜਿਹੜੇ ਅਧਿਆਪਨ ਸੂਤਰ ਨੇ ਉਹਨਾਂ ਦੇ ਵਿੱਚ ਇਹਦੀ ਖਾਸੀਅਤ ਹੁੰਦੀ ਹੈ, ਉਹਨਾਂ ਦਾ ਇਹ ਮਹੱਤਵ ਹੁੰਦਾ ਹੈ ਔਰ ਉਹਨਾਂ ਦੀ ਇੱਕ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਵਿਦਿਆਰਥੀ ਦਾ ਧਿਆਨ ਔਰ ਅਧਿਆਪਕ ਦਾ ਧਿਆਨ ਔਰ ਭਾਵੇਂ ਕੋਈ ਵੀ ਹੈ ਜੋ ਜਮਾਤ ਦੇ ਵਿੱਚੋਂ ਸਿੱਖ ਰਿਹਾ, ਅਧਿਆਪਕ ਵੀ ਸਿੱਖ ਰਿਹਾ ਔਰ ਵਿਦਿਆਰਥੀ ਵੀ ਸਿੱਖ ਰਹੇ ਹੁੰਦੇ ਨੇ। ਅਸੀਂ ਗੱਲ ਕਰਦੇ ਕਿ ਇੱਥੇ ਚਲੋ ਅਸੀਂ ਵਿਦਿਆਰਥੀਆਂ ਦੇ ਸਿੱਖਣ ਦੀ ਗੱਲ ਕਰੀਏ ਤਾਂ ਉਹ ਜਿਹੜੇ ਅਧਿਆਪਨ ਸੂਤਰ ਨੇ ਉਹ ਵਿਦਿਆਰਥੀਆਂ ਦਾ ਧਿਆਨ ਆ ਜਿਹੜਾ ਅਧਿਆਪਨ ਦੇ ਕਾਰਜਾਂ ਦੇ ਵਿੱਚ ਲਗਾਉਂਦੇ ਨੇ, ਉਹਨਾਂ ਦਾ ਧਿਆਨ ਆ ਜਿਹੜਾ ਇੱਧਰ ਉੱਧਰ ਨਹੀਂ ਜਾਣ ਦਿੰਦੇ। ਭਾਵੇਂ ਉਹ ਕਹਿ ਲਓ ਕਿ ਕਿਸੇ ਤਰੀਕੇ ਦੇ ਨਾਲ ਉਹ ਇੱਕ ਪ੍ਰਸ਼ਨ ਪੁੱਛਣਾ ਹੋਵੇ ਵਿਦਿਆਰਥੀਆਂ ਨੂੰ ਕਿ ਉਹ ਐਕਟਿਵ ਹੈਗੇ ਨੇ, ਕਿ ਜੋ ਅਧਿਆਪਕ ਉਹਨਾਂ ਨੂੰ ਦੱਸ ਰਿਹਾ ਜਵਾਬ ਦੇ ਵਿੱਚ ਉਸ ਚੀਜ਼ ਨੂੰ ਸੁਣ ਰਹੇ ਨੇ, ਜਾਂ ਵਿਦਿਆਰਥੀਆਂ ਤੋਂ ਕਿਸੇ ਪੱਖ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਜਾ ਸਕਦੀ ਹੈ। ਔਰ ਅਸੀਂ ਕਿਸੇ ਚੀਜ਼ ਜਦੋਂ ਕੁਝ ਅਸੀਂ ਜਮਾਤ ਦੇ ਵਿੱਚ ਪੜ੍ਹਾ ਰਹੇ ਹਾਂ, ਕਈ ਵਾਰ ਵਿਦਿਆਰਥੀਆਂ ਤੋਂ ਅਧਿਆਪਕ ਉਸ ਚੀਜ਼ ਦੇ ਭਵਿੱਖ ਬਾਰੇ ਪੁੱਛ ਲੈਂਦੇ ਕਿ ਵਿਦਿਆਰਥੀਓ ਇਸ ਚੀਜ਼ ਦਾ ਤੁਹਾਡੇ ਮੁਤਾਬਕ ਭਵਿੱਖ ਕੀ ਹੋਏਗਾ। ਉਸ ਦਾ ਮਤਲਬ ਕਈ ਵਾਰ ਵਿਦਿਆਰਥੀਆਂ ਤੋਂ ਉਸਦੀ ਉਹ ਜਵਾਬ ਲੈਣਾ ਨਹੀਂ ਹੁੰਦਾ ਕਿ ਵਿਦਿਆਰਥੀਆਂ ਨੂੰ ਜਾਣਨਾ ਹੁੰਦਾ ਕਿ ਵਿਦਿਆਰਥੀ ਮਾਨਸਿਕ ਤੌਰ ਤੇ ਇੱਥੇ ਹਾਜ਼ਰ ਹੈਗੇ ਨੇ ਜਾਂ ਜਮਾਤ ਦੇ ਵਿੱਚ ਜੋ ਕਾਰਜ ਚੱਲ ਰਹੇ ਨੇ, ਜੋ ਗਤੀਵਿਧੀਆਂ ਚੱਲ ਰਹੀਆਂ ਨੇ, ਵਿਦਿਆਰਥੀਆਂ ਦਾ ਧਿਆਨ ਆ ਜਿਹੜਾ ਉਹ ਗਤੀਵਿਧੀਆਂ ਦੇ ਵੱਲ ਹੈ। ਸੋ ਇਸ ਤਰ੍ਹਾਂ ਬੜੇ ਸਾਰੇ ਸੂਤਰ ਨੇ, ਜਿਸ ਤਰ੍ਹਾਂ ਅਸੀਂ ਗਿਆਤ ਤੋਂ ਅਗਿਆਤ ਵੱਲ ਜਾਂਦੇ ਹਾਂ, ਆਗਮਨ ਤੋਂ ਨਿਗਮਨ, ਨਿਗਮਨ ਤੋਂ ਆਗਮਨ, ਇਹ ਜਿਹੜੀਆਂ ਸੂਤਰ ਨੇ ਅਧਿਆਪਨ ਸੂਤਰ ਨੇ ਉਹ ਇਸ ਤਰ੍ਹਾਂ ਦੀਆਂ ਯੋਗਤਾ ਨੇ ਕਿ ਉਹ ਵੱਧ ਤੋਂ ਵੱਧ ਕਾਰਜਸ਼ੀਲ ਰੱਖ ਕੇ ਕਿ ਉਹ ਜਿਹੜਾ ਕਾਰਜ ਹੈ ਉਸ ਦੇ ਵਿੱਚ ਇਕਾਗਰਤਾ ਬਣਾਉਂਦੀਆਂ ਨੇ ਅਧਿਆਪਕ ਦੀ, ਵਿਦਿਆਰਥੀ ਦੀ, ਔਰ ਜਾਂ ਜੋ ਵੀ ਅਧਿਆਪਨ ਸਿੱਖਣ ਕਾਰਜ ਦੇ ਵਿੱਚ ਸ਼ਾਮਲ ਹੁੰਦਾ। ਇਸ ਤਰ੍ਹਾਂ ਇਸ ਦੀ ਇੱਕ ਵਿਸ਼ੇਸ਼ਤਾ ਹੈ ਅਧਿਆਪਨ ਸੂਤਰ ਦੀ ਕਿ ਉਹ ਅਧਿਆਪਕ ਦੇ ਕੀਤੇ ਹੋਏ ਕਾਰਜ ਵਿਦਿਆਰਥੀਆਂ ਦੇ ਦੁਆਰਾ ਕੀਤੇ ਜਾਂਦੇ ਕਾਰਜਾਂ ਨੂੰ ਕੀ ਨੇ ਉਹ ਕਿ ਇੱਕ ਇਕਾਗਰਤਾ ਬਣਾ ਕੇ ਜਾਂ ਇੱਕ ਮਾਨਸਿਕ ਤੌਰ ਤੇ ਉਹਨਾਂ ਚੀਜ਼ਾਂ ਦੀ ਹਾਜ਼ਰੀ ਦੇ ਵਿੱਚ ਉਹਦੇ ਜਿਹੜੇ ਅਧਿਆਪਨ ਦੇ ਨਤੀਜੇ ਨੇ ਉਹਨਾਂ ਨੂੰ ਸੰਤੋਖਜਨਕ ਬਣਾਉਂਦੇ ਨੇ। ਔਰ ਹੁਣ ਅਸੀਂ ਅਗਲੀ ਜਿਹੜੀ ਵਿਸ਼ੇਸ਼ਤਾ ਹੈ ਜਾਂ ਅਗਲਾ ਮਹੱਤਵ ਹੈ ਜਿਹੜਾ ਅਧਿਆਪਨ ਸੂਤਰ ਦਾ, ਉਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆਉਂਦਾ ਹੈ ਕਿ ਸਰਵ ਵਿਆਪਕ ਜਿਹੜੇ ਸੂਤਰ ਨੇ ਅਧਿਆਪਨ ਸੂਤਰ ਨੇ ਉਹ ਸਰਵ ਵਿਆਪਕ ਨੇ। ਅਗਲਾ ਹੈ ਸਰਵ ਵਿਆਪਕ। ਸਰਵ ਵਿਆਪਕ ਕੇ ਭਾਵ ਜਿਹੜੇ ਹਰ ਥਾਂ, ਸਰਵ ਮੀਨਸ ਸਾਰੇ ਥਾਂ ਤੇ ਇਹ ਜਿਹੜੇ ਲਾਗੂ ਹੁੰਦੇ ਨੇ। ਹੁਣ ਅਸੀਂ ਹਰ ਥਾਂ ਦੀ ਗੱਲ ਕਰੀਏ ਕਿ ਅਧਿਆਪਨ ਕਿਸੇ ਵੀ ਖੇਤਰ ਦੇ ਵਿੱਚ ਹੋਵੇ ਜਾਂ ਸਿੱਖਣਾ ਕਿਸੇ ਵੀ ਖੇਤਰ ਦੇ ਵਿੱਚ ਹੋਵੇ, ਔਰ ਜਾਂ ਅਧਿਆਪਨ ਸਿੱਖਣ ਪ੍ਰੋਗਰਾਮ ਦੇ ਵਿੱਚ ਜਾਂ ਅਧਿਆਪਨ ਸਿੱਖਣ ਕਿਰਿਆ ਦੇ ਵਿੱਚ ਅਸੀਂ ਕਿਸੇ ਵੀ ਪੱਧਰ ਤੇ ਕਾਰਜ ਕਰ ਰਹੇ ਹੋਈਏ, ਉਸ ਦੇ ਵਿੱਚ ਜਿਹੜੇ ਅਧਿਆਪਨ ਸੂਤਰ ਨੇ ਉਹ ਆਪਣਾ ਮਹੱਤਵ ਰੱਖਦੇ ਨੇ ਔਰ ਉਹ ਆਪਣਾ ਅਹਿਮ ਭੂਮਿਕਾ ਜਾਂ ਆਪਣਾ ਅਹਿਮ ਸਥਾਨ ਆ ਜਿਹੜਾ ਉਹ ਰੱਖਦੇ ਨੇ। ਜਿਸ ਦੇ ਨਾਲ ਕੀ ਹੁੰਦਾ ਕਿ ਅਸੀਂ ਕੇਵਲ ਤੇ ਕੇਵਲ ਕਈ ਵਾਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਅਧਿਆਪਨ ਸੂਤਰਾਂ ਦੀ ਗੱਲ ਹੋਵੇ ਤਾਂ ਉਹ ਕੇਵਲ ਦੇ ਵਿੱਚ ਛੋਟੀਆਂ ਕਲਾਸਾਂ ਦੇ ਵਿੱਚ ਜਾਂ ਅਸੀਂ ਕਹਿ ਲਓ ਜੀ ਇਹ ਸੈਕੰਡਰੀ ਲੈਵਲ ਤੱਕ ਜਾਂ ਕਾਲਜ ਲੈਵਲ ਤੱਕ ਜਾਂ ਯੂਨੀਵਰਸਿਟੀ ਲੈਵਲ ਤੱਕ ਇਹ ਚੀਜ਼ਾਂ ਨੇ ਜਿਹੜੀਆਂ ਜਾਂ ਇਹ ਸੂਤਰ ਨੇ ਜਿਹੜੇ ਉਹ ਆਪਣਾ ਸਥਾਨ ਨਹੀਂ ਰੱਖਦੇ ਹੋਣਗੇ। ਇਸ ਤਰ੍ਹਾਂ ਨਹੀਂ ਹੋ ਸਕਦਾ। ਹਰ ਅਧਿਆਪਕ ਦਾ
जिस तरह पढ़ाउण का अपना ढंग होंदा और विद्यार्थियों का सीखण का भी अपना अपना ढंग होंदा। असीं अपनी पिछले लैक्चरां दे विच गल कीती सी कि व्यक्तिगत भिन्नता, जिहड़ी व्यक्तिगत भिन्नता हुंदी है, जिस तरह साडे सोचण का फर्क हुंदा, साडे सीखण का फर्क हुंदा और साडे कारजां का फर्क हुंदा, साडा अपना अपना नज़रिया हुंदा किसी चीज़ नूं वेखण दा। तां उसे तरह जिहड़ियां अध्यापन सूत्र ने वो तो सर्व व्यापक ने। सर्व व्यापक भाव विद्यार्थी किसी भी खेत्र के होण, भावें वो समाजिक खेत्र के विषयां नाल संबंधित होण, भावें वो किसी मैडिकल खेत्र के विषयां नाल संबंधित होण, ते भावें वो किसी विज्ञान के विषयां दे नाल संबंधित होण, भावें खेडां दे जां किसी कोमल कलावां जां इस तरह के जिहड़े विषय ने उहदे नाल संबंधित होण, ये सर्व व्यापक ने। और अगली गल करिए कि विद्यार्थी पद्धर, कि विद्यार्थियों के ਵੱਖ-ਵੱਖ पद्धर होंदे ने। भावें असीं विद्यार्थियों नूं कह दिंदे हां कि जी कुछ विद्यार्थी ने जिहड़े उन्हां दा जिहड़ा IQ लैवल हुंदा, भाव जिहड़ा बुद्धि पद्धर हुंदा वो बहुत ज़्यादा अप हुंदा। कुछ विद्यार्थी ने जिहड़े वो सधारण जां एवरेज हुंदे ने, ते कुछ विद्यार्थी ने जिहड़े वो हौली सीखण वाले विद्यार्थी हुंदे। हुण इत्थे असीं दस दईए कि जिस तरह आधुनिक जिहड़ा अध्यापन वो कहंदा कि जो असीं शब्द असीं कदे भी नहीं वरतना, जिस तरह नलायक शब्द है वो असीं अपनी जमात दे विच जां असीं अपने अध्यापन दे विच जां सिੱਖਿਆ खेत्र दे विच उसदी कोई थां नहीं हैगी। उत्थे असीं विद्यार्थियों को कह सकते हैं कि विद्यार्थी ने जिहड़े हौली सीखण, स्लो लर्नर ने। सो इसकी गल करिए कि भावें किसी भी पद्धर के विद्यार्थी होण, अध्यापन है जिहड़ा उसका कोई भी लैवल होवे तां उस दे विच की है जिहड़े अध्यापन सूत्र ने वो अपना अहम स्थान रखते हैं। वो हर जगह हर खेत्र के विद्यार्थियों के लिए, हर खेत्र के अध्यापन के लिए, भावें वो प्रयोग के कार्य होण अध्यापन के दौरान, भावें वो व्याख्या करन दे होण और भावें जमात की कोई भी जिहड़ी एक्टिविटी है वो होवे, उत्थे उन्हां दा अहम स्थान हुंदा। वो अपनी महत्ता के नाल और अपने अहम स्थान होने के कारण वो अध्यापन नूं और सीखण नूं, टीचिंग नूं और लर्निंग नूं वो इंटरस्टेड बना दिंदे ने। उस दे विच बहुत सारियां एक्टिविटियां शामिल हो जांदियां ने, क्योंकि जिन्नियां ज़्यादा एक्टिविटीज़ होणगीਆਂ जमात दे विच, जिन्नी ज़्यादा क्रियाशीलता होएगी, जिन्नी ज़्यादा जिहड़े स्टूडेंट ने जां टीचर है जिन्नी उन्हां दी पार्टिसिपेशन वध होएगी टीचिंग लर्निंग दे विच, उन्ना ज़्यादा जिहड़ा अध्यापन है वो ज़्यादा सफलतापूर्वक हो निकलदा, उन्ना ज़्यादा जिहड़ा सीखना वो ज़्यादा सफलतापूर्वक हो निकलदा। सो ये जिहड़े सूत्र ने वो सर्व व्यापक ने, हर पद्धर ते इन्हां दी वरतों हुंदी है जां हर पद्धर ते इन्हां दा अहम स्थान हुंदा है, सिੱਖਿਆ के हर खेत्र दे विच इन्हां दा अहम स्थान हुंदा। सो असीं कह सकते हैं कि सर्व व्यापक होने के कारण ये जिहड़ा अध्यापन सूत्र ने वो अध्यापन नूं जां अध्यापन कारजां नूं वो रोचक बनाउंदे ने और उन्हां नूं सफलतापूर्वक बनाउंदे ने और नतीजे जनक ने जिहड़े वो बनाउंदे ने। और असीं हुण अपनी अगली महत्ता की गल करिए कि अध्यापन सूत्र की अगली महत्ता की है कि जिहड़ी वो अध्यापन नूं वधिया बनाउंदी है जां अध्यापन कारजां नूं नेपरे चाढ़दी है। और इस नूं अगली असीं गल करते हैं कि अध्यापन कारजां नूं कर्मबद्ध करदी है। सो विद्यार्थियों साडा कोई भी कारज होवे, अध्यापन नूं लैके होवे, सीखण नूं लैके होवे, साडी सिੱਖਿਆ संस्था नूं लैके होवे, असीं कोई भी कारज करदे हां, भावें असीं स्कूल दा होवे, भावें स्कूल तो बाहर दा होवे, कॉलेज दा होवे, भावें कॉलेज तो बाहर दा होवे, उसदे विच जिन्ना क ज़्यादा उहदी कर्मबद्धता अच्छी होएगी उन्ने क ज़्यादा जिहड़ा कारज है सौखा भी हो जाता है, उन्ना क कारज है जिहड़ा वो स्पष्ट भी हो जाता है और उहदे जिहड़े नतीजे ने सानूं प्राप्त हो जाते हैं। भाव कि जिहड़ा असीं किसी चीज़ नूं एक स्टैप बाय स्टैप करते हैं, भाव असीं उहनूं कर्मबद्धता दे विच करते हैं, कर्म दे विच करते हैं। जेकर असीं गल करिए कि असीं जो कारज पहला करना उसनूं बाद दे विच करिए, जो बाद दे विच करन वाला उसनूं पहला करिए, तो उहदे नाल की जिहड़े सानूं नतीजे ने वो सानूं सही नहीं मिलदे। सो ये जिहड़े अध्यापन सूत्र ने, ये जिहड़े अध्यापन कारज ने जां जिहड़े सीखण कारज ने जां असीं अध्यापन सीखण कारज है जिहड़ा उस दे विच कर्मबद्धता लैके आउंदे ने। अगली जिहड़ी विशेषता यही है कारजां विच कर्मबद्धता। हुण इस कारज विच कर्मबद्धता
ਕਿ ਭਾਵ ਅਸੀਂ ਅਧਿਆਪਨ ਦੇ ਵਿੱਚ ਅਸੀਂ ਬਹੁਤ ਸਾਰੇ ਕਾਰਜ ਕਰਦੇ ਹਾਂ, ਸਿੱਖਣ ਦੇ ਲਈ ਅਸੀਂ ਬਹੁਤ ਸਾਰੇ ਕਾਰਜ ਕਰਦੇ ਹਾਂ। ਅਸੀਂ ਉਦਾਹਰਨ ਲਈਏ ਕਿ ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਜੋ ਸਾਡੇ ਅੱਖਰ ਹੁੰਦੇ ਨੇ, ਭਾਵੇਂ ਉਹ ਅੰਗਰੇਜ਼ੀ ਦੇ ਹੋਣ ਔਰ ਭਾਵੇਂ ਉਹ ਪੰਜਾਬੀ ਦੇ ਹੋਣ, ਭਾਵੇਂ ਊੜੇ ਆੜੇ ਦੀ ਗੱਲ ਹੋਵੇ ਜਾਂ ABC ਦੀ ਗੱਲ ਹੋਵੇ ਜਾਂ ਕੈ ਖੈ ਦੀ ਗੱਲ ਹੋਵੇ, ਕਿਸੇ ਵੀ ਖੇਤਰ ਦੇ ਅਸੀਂ ਛੋਟੇ ਵਿਦਿਆਰਥੀਆਂ ਨੂੰ ਪਹਿਲਾਂ ਅੱਖਰਾਂ ਦੀ ਪਹਿਚਾਣ ਕਰਾਉਂਦੇ ਹਾਂ, ਕੇਵਲ ਅੱਖਰਾਂ ਦੀ, ਔਰ ਫਿਰ ਅਸੀਂ ਉਸ ਤੋਂ ਬਾਅਦ ਉਹਨਾਂ ਨੂੰ ਵਿਦਿਆਰਥੀਆਂ ਨੂੰ ਜਿਹੜੇ ਦੋਸ਼ ਅੱਖਰਾਂ ਤੋਂ ਮਿਲੇ ਹੋਏ ਸ਼ਬਦ ਨੇ ਉਹਨਾਂ ਦੇ ਬਾਰੇ ਦੱਸਦੇ ਹਾਂ, ਔਰ ਨਾਲ ਨਾਲ ਉਹਨਾਂ ਦੀਆਂ ਆਵਾਜ਼ਾਂ ਔਰ ਨਾਲ ਨਾਲ ਉਹਨਾਂ ਨੂੰ ਬੋਲਣਾ ਕਿਵੇਂ ਹੈ, ਉਹਨਾਂ ਨੂੰ ਲਿਖਣਾ ਕਿਵੇਂ ਹੈ, ਯਾਦ ਕਿਵੇਂ ਕਰਨਾ। ਸੋ ਅਸੀਂ ਬਹੁਤ ਸਾਰੇ ਜਿਹੜੇ ਢੰਗ ਜਾਂ ਬਹੁਤ ਸਾਰੇ ਤਰੀਕੇ ਨੇ ਜਿਹੜੇ ਉਹ ਅਪਣਾਉਂਦੇ ਹਾਂ, ਔਰ ਫਿਰ ਜਿਹੜੇ ਵਿਦਿਆਰਥੀ ਨੇ ਹੌਲੀ ਹੌਲੀ ਜਿਹੜੇ 3 ਅੱਖਰਾਂ ਤੋਂ ਬਣੇ ਹੋਏ ਸ਼ਬਦ ਨੇ ਫਿਰ ਉਹਨਾਂ ਨੂੰ ਸਿੱਖਦੇ ਨੇ, ਔਰ ਫਿਰ ਵਿਦਿਆਰਥੀ ਨੇ ਜਿਹੜੇ 4 ਅੱਖਰਾਂ ਤੋਂ ਬਣਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਸਿੱਖਦੇ ਨੇ। ਫਿਰ ਉਹ ਲੈ, ਮਾਤਰਾ, ਇਸ ਤਰ੍ਹਾਂ ਦਾ ਦੇ ਬਾਰੇ ਜਿਹੜੀ ਉਹਨਾਂ ਨੂੰ ਗਿਆਨ ਹੁੰਦਾ, ਔਰ ਫਿਰ ਵਿਦਿਆਰਥੀ ਨੇ ਜਿਹੜੇ ਛੋਟੇ ਸ਼ਬਦਾਂ ਦੀਆਂ ਜਿਹੜੀਆਂ ਵਾਕ ਨੇ, 2 ਸ਼ਬਦਾਂ ਤੋਂ ਬਣੇ ਹੋਏ ਵਾਕ, 3 ਸ਼ਬਦਾਂ ਤੋਂ ਬਣੇ ਹੋਏ ਵਾਕ, ਇਸ ਤਰ੍ਹਾਂ ਫਿਰ ਉਹ ਅਪੂਰਨ ਵਾਕ, ਪੂਰਨ ਵਾਕ ਸਿੱਖ ਜਾਂਦੇ ਨੇ। ਹੁਣ ਅਸੀਂ ਵਿਦਿਆਰਥੀਆਂ ਨੂੰ ਜੇ ਅਸੀਂ ਪਹਿਲਾਂ ਗੱਲ ਕਰੀਏ ਕਿ ਵਿਦਿਆਰਥੀ ਨੇ ਜਿਹੜੇ ਬੋਲਣਾ ਤਾਂ ਪਹਿਲਾਂ ਸਿੱਖੇ ਹੁੰਦੇ ਨੇ ਸ਼ਬਦ, ਅਸੀਂ ਪਹਿਲਾਂ ਉਹਨਾਂ ਨੂੰ ਸ਼ਬਦ ਸਿਖਾਈਏ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਅਸੀਂ ਅੱਖਰਾਂ ਦਾ ਪਹਿਚਾਣ ਕਰਾਈਏ, ਇਹਦੇ ਨਾਲ ਕੀ ਹੋਏਗਾ, ਕਰਮਬੱਧਤਾ ਨਹੀਂ ਆਏਗੀ। ਵਿਦਿਆਰਥੀਆਂ ਨੂੰ ਪੂਰਨ ਰੂਪ ਦੇ ਵਿੱਚ ਸਿਖਾਇਆ ਨਹੀਂ ਜਾ ਸਕਦਾ, ਜਾਂ ਵਿਦਿਆਰਥੀ ਨੇ ਜਿਹੜੇ ਉਹ ਆਪਣੇ ਕਹਿ ਲਓ ਕਿ ਉਹ ਇੱਕ ਰੌਚਕ ਢੰਗ ਦੇ ਨਾਲ ਜਾਂ ਦਿਲਚਸਪ ਢੰਗ ਦੇ ਨਾਲ ਨਹੀਂ ਸਿੱਖ ਸਕਣਗੇ, ਕਿਉਂਕਿ ਪਹਿਲਾਂ ਅਸੀਂ ਉਹਨਾਂ ਨੂੰ ਔਖੇ ਦੇ ਵੱਲ ਲੈ ਗਏ, ਫਿਰ ਅਸੀਂ ਉਹਨਾਂ ਨੂੰ ਸੌਖੇ ਦੇ ਵੱਲ ਲੈ ਕੇ ਆ ਰਹੇ ਹਾਂ। ਭਾਵ ਕੀ ਹੈ ਕਿ ਪਹਿਲਾਂ ਸੌਖਾ, ਫਿਰ ਥੋੜਾ ਔਖਾ, ਫਿਰ ਥੋੜਾ ਔਖਾ, ਫਿਰ ਉਸ ਤੋਂ ਜ਼ਿਆਦਾ ਕੀ ਹੈ ਕਿ ਵਿਦਿਆਰਥੀ ਨੇ ਜਿਹੜੇ ਉਹ ਖੋਜ ਕਾਰਜਾਂ ਤੱਕ ਪਹੁੰਚ ਜਾਂਦੇ ਨੇ। ਭਾਵ ਉਹਨਾਂ ਦੇ ਵਿੱਚ ਸਾਡਾ ਇੱਕ ਕਰਮਬੱਧਤਾ ਹੁੰਦੀ ਹੈ। ਉਸੇ ਤਰ੍ਹਾਂ ਅਸੀਂ ਵਿਦਿਆਰਥੀ ਨੂੰ ਗਣਿਤ ਦੇ ਵਿੱਚ ਲਾਈਏ, ਪਹਿਲਾਂ ਜਿਹੜੀ ਛੋਟੀ ਸੰਖਿਆ ਦੇ ਬਾਰੇ ਅਸੀਂ ਦੱਸਦੇ ਹਾਂ, ਫਿਰ ਵੱਡੀ ਸੰਖਿਆ ਦੇ ਬਾਰੇ ਦੱਸਦੇ ਹਾਂ, ਫਿਰ ਉਹਨਾਂ ਨੂੰ ਘੁਮਾ ਕੇ ਜਿਹੜੇ ਉਹਨਾਂ ਇਸ ਤਰ੍ਹਾਂ ਦੇ ਜਿਹੜੇ ਸਵਾਲ ਨੇ ਜਾਂ ਜਵਾਬ ਨੇ ਉਹਨਾਂ ਤੋਂ ਮੰਗੇ ਜਾਂਦੇ ਨੇ। ਸੋ ਇਸ ਤਰ੍ਹਾਂ ਬਹੁਤ ਸਾਰੇ ਤਰੀਕੇ ਨੇ ਕਿ ਵਿਦਿਆਰਥੀ ਕਾਰਜਾਂ ਦੇ ਵਿੱਚ, ਅਧਿਆਪਨ ਕਾਰਜਾਂ ਦੇ ਵਿੱਚ ਜਿਹੜੀ ਕਰਮਬੱਧਤਾ ਕਿ ਭਾਵ ਪਹਿਲਾਂ ਸੌਖੇ ਵੱਲ, ਫਿਰ ਥੋੜੇ ਔਖੇ ਵੱਲ। ਸੋ ਇਸ ਤਰ੍ਹਾਂ ਸਾਡੇ ਕੋਲ ਬੜੀਆਂ ਉਦਾਹਰਨਾਂ ਨੇ ਕਿ ਜਿਹਦੇ ਨਾਲ ਅਸੀਂ ਵਿਦਿਆਰਥੀਆਂ ਨੂੰ ਸਿਖਾ ਸਕਦੇ ਹੁੰਦੇ ਹਾਂ, ਵਿਦਿਆਰਥੀਆਂ ਨੂੰ ਦੱਸ ਸਕਦੇ ਹੁੰਦੇ ਹਾਂ। ਇਹੀ ਅਧਿਆਪਨ ਸੂਤਰ ਨੇ ਕਿ ਉਹ ਕਿਸੇ ਕਾਰਜ ਨੂੰ ਸੌਖਾ ਬਣਾਉਂਦੇ ਨੇ, ਕਿਸੇ ਕਾਰਜ ਦੇ ਵਿੱਚ ਸਪਸ਼ਟਤਾ ਲੈ ਕੇ ਆਉਂਦੇ ਨੇ, ਔਰ ਕਿਸੇ ਕਾਰਜ ਦੇ ਵਿੱਚ ਰੌਚਕਤਾ ਪੈਦਾ ਕਰਦੇ ਨੇ, ਸੌਖੇ ਤੋਂ ਔਖੇ ਵੱਲ ਜਾਂਦੇ ਨੇ, ਠੀਕ ਹੈ ਨਾ, ਅਸਪਸ਼ਟ ਤੋਂ ਸਪਸ਼ਟਤਾ ਦੇ ਵੱਲ ਜਾਂਦੇ ਨੇ, ਠੀਕ ਹੈ। ਸੋ ਇਸ ਤਰ੍ਹਾਂ ਕਹਿ ਲਓ ਕਿ ਪ੍ਰਤੱਖ ਤੋਂ ਅਪ੍ਰਤੱਖ ਦੇ ਵੱਲ ਜਾਂਦੇ ਨੇ। ਸੋ ਇਸ ਦੇ ਨਾਲ ਕੀ ਹੈ ਕਿ ਰੌਚਕਤਾ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਕੋਈ ਕਹਾਣੀ ਪੜ੍ਹ ਰਹੇ ਹੁੰਦੇ ਹਾਂ, ਉਸ ਕਹਾਣੀ ਦੇ ਵਿੱਚ ਜਿਹੜਾ ਲੇਖਕ ਹੁੰਦਾ ਉਹ ਆਪਣੀਆਂ ਕੁਝ ਗੱਲਾਂ ਨੂੰ ਛੁਪਾ ਕੇ ਰੱਖਦਾ। ਇਸੇ ਤਰ੍ਹਾਂ ਅਸੀਂ ਕੋਈ ਮੂਵੀ ਦੇਖ ਰਹੇ ਹੁੰਦੇ ਹਾਂ, ਉਸ ਦੇ ਵਿੱਚ ਜਿਹੜਾ ਉਹਦਾ ਡਾਇਰੈਕਟਰ ਹੁੰਦਾ ਜਾਂ ਉਹ ਕਹਾਣੀ ਦਾ ਜਿਹੜਾ ਲੇਖਕ ਹੁੰਦਾ ਉਹ ਬਹੁਤ ਸਾਰੀਆਂ ਗੱਲਾਂ ਨੂੰ ਛੁਪਾ ਕੇ ਰੱਖਦਾ ਕਿ ਜਦੋਂ ਉਸ ਕਹਾਣੀ ਦਾ ਅੰਤ ਹੁੰਦਾ ਸਾਨੂੰ ਬਹੁਤ ਸਾਰੀਆਂ ਘਟਨਾਵਾਂ ਦੀ ਜਾਣਕਾਰੀ, ਬਹੁਤ ਸਾਰੇ ਪਾਤਰਾਂ ਦੀ ਜਾਣਕਾਰੀ ਕਿ ਉਹ ਪਾਤਰ ਦਾ ਕਿਹੋ ਜਿਹਾ ਸੁਭਾਅ ਸੀ, ਉਹ ਪਾਤਰ ਕੀ ਚਾਹੁੰਦਾ ਸੀ, ਇਸ ਕਹਾਣੀ ਦਾ ਅੰਤ ਕੀ ਹੈ ਔਰ ਇਸ ਕਹਾਣੀ ਦਾ ਸਿੱਟਾ ਕੀ ਹੈ, ਸਾਨੂੰ ਬਿਲਕੁਲ ਲਾਸਟ ਤੇ ਪਤਾ ਲੱਗਦਾ। ਉਹ ਜਿਹੜੀ ਛੁਪਾਈ ਹੋਈ ਚੀਜ਼ ਹੁੰਦੀ ਹੈ ਉਹ ਸਾਡੀ ਰੌਚਕਤਾ ਬਣਾਈ ਰੱਖਦੀ ਹੈ ਉਸ ਚੀਜ਼ ਦੇ ਵਿੱਚ ਕਿ ਅੱਗੇ ਕੀ ਹੋਏਗਾ, ਅੱਗੇ ਕਿਹੜੀ ਘਟਨਾ ਵਾਪਰਨ ਵਾਲੀ ਹੈ। ਸੋ ਉਹ ਰੌਚਕਤਾ ਜਿਹੜੀ ਉਹ ਵੀ ਕਰਮਬੱਧਤਾ, ਜਦੋਂ ਉਸ ਚੀਜ਼ ਦੇ ਵਿੱਚ ਕਰਮਬੱਧਤਾ ਹੁੰਦੀ ਆ ਫਿਰ ਹੀ ਆਉਂਦੀ ਆ। ਜੇਕਰ ਉਹ ਸਾਰਾ ਕੁਝ ਜਾਂ ਜੋ ਕਹਾਣੀ ਦਾ ਅੰਤ ਹੈ ਜਾਂ ਜੋ ਸਾਨੂੰ ਕਹਾਣੀ ਦਾ ਸਿੱਟ ਹੈ ਜਾਂ ਕਹਾਣੀ ਦੇ ਵਿੱਚ ਵਾਪਰਨ ਵਾਲੀਆਂ ਜੋ ਘਟਨਾਵਾਂ ਨੇ ਉਸ ਦੇ ਬਾਰੇ ਸਾਨੂੰ ਪਹਿਲੇ ਗਿਆਨ ਕਰਵਾ ਦਿੱਤਾ ਜਾਵੇ ਤਾਂ ਉਸ ਕਹਾਣੀ ਦੇ ਵਿੱਚ ਜਿਹੜਾ ਸਾਨੂੰ ਇੰਟਰਸਟ ਨਹੀਂ ਹੋਏਗਾ, ਅਸੀਂ ਸਧਾਰਨ ਤਰੀਕੇ ਨਾਲ ਦੇਖਾਂਗੇ। ਜਦੋਂ ਅਸੀਂ ਉਸ ਦੇ ਬਾਰੇ ਸੁਣਿਆ ਨਹੀਂ ਹੋਏਗਾ, ਉਸ ਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਹੋਏਗੀ ਤਾਂ ਉਸ ਦੇ ਵਿੱਚ ਸਾਡੀ ਰੌਚਕਤਾ ਹੋਏਗੀ। ਅਸੀਂ ਬੜੇ ਦਿਲਚਸਪ ਤਰੀਕੇ ਦੇ ਨਾਲ ਔਰ ਬੜੀ ਇਕਾਗਰਤਾ ਦੇ ਨਾਲ ਔਰ ਬੜੇ ਧਿਆਨਪੂਰਵਕ ਤਰੀਕੇ ਦੇ ਨਾਲ ਉਸ ਨੂੰ ਵੇਖਾਂਗੇ। ਸੋ ਇਸ ਤਰ੍ਹਾਂ ਜਿਹੜੇ ਕਾਰਜਾਂ ਦੇ ਵਿੱਚ ਅਧਿਆਪਨ ਕਾਰਜ ਹੋਣ, ਸਿੱਖਣ ਕਾਰਜ ਹੋਣ, ਭਾਵੇਂ ਕੋਈ ਵੀ ਕਾਰਜ ਹੋਵੇ ਜਮਾਤ ਦਾ, ਉਸ ਕਾਰਜਾਂ ਦੇ ਵਿੱਚ ਕਰਮਬੱਧਤਾ ਲੈ ਕੇ ਆਉਂਦੇ ਨੇ, ਸਿੱਖਣ ਦੇ ਵਿੱਚ ਕਰਮਬੱਧਤਾ ਲੈ ਕੇ ਆਉਂਦੇ ਨੇ, ਅਧਿਆਪਨ ਦੇ ਵਿੱਚ ਕਰਮਬੱਧਤਾ ਜਿਹੜੀ ਉਹ ਲੈ ਕੇ ਆਉਂਦੇ ਨੇ। ਸੋ ਇਸ ਤਰ੍ਹਾਂ ਇਹਨਾਂ ਦਾ ਜਿਹੜਾ ਅਧਿਆਪਨ ਸੂਤਰ ਨੇ ਉਹਨਾਂ ਦਾ ਅਹਿਮ ਸਥਾਨ ਹੁੰਦਾ ਅਧਿਆਪਨ ਸਿੱਖਣ ਕਾਰਜਾਂ ਦੇ ਵਿੱਚ। ਔਰ ਅਸੀਂ
ਅਸੀਂ ਹੁਣ ਆਪਣੀ ਅਗਲੀ ਜੋ ਮਹੱਤਵ ਹੈਗਾ ਅਧਿਆਪਨ ਸੂਤਰ ਦਾ ਉਸ ਦੇ ਬਾਰੇ ਜਾਣੀਏ ਤਾਂ ਉਸ ਦੇ ਵਿੱਚ ਆਉਂਦਾ ਕਿ ਅਧਿਆਪਨ ਕਾਰਜ ਨੂੰ ਰੌਚਕ ਬਣਾਉਣਾ, ਕਿ ਜੋ ਅਸੀਂ ਪਹਿਲੇ ਗੱਲ ਕੀਤੀ ਹੈ ਕਿ ਅਧਿਆਪਨ ਕਾਰਜ ਨੂੰ ਰੌਚਕ ਬਣਾਉਣਾ। ਰੌਚਕਤਾ ਦਾ ਕਾਰਜ ਹੈ ਜਿਹੜਾ ਉਹ ਕੀਤਾ ਜਾਂਦਾ। ਰੌਚਕਤਾ ਦਾ ਕਾਰਜ ਸਿੱਖਣ ਲਈ ਪ੍ਰੇਰਿਤ ਕਰਕੇ ਕਾਰਜਾਂ ਦੇ ਵਿੱਚ ਇਕਾਗਰਤਾ ਲੈ ਕੇ ਔਰ ਸਰਵ ਵਿਆਪਕ ਹੋਣ ਦੇ ਨਾਤੇ ਕਾਰਜਾਂ ਦੇ ਵਿੱਚ ਕਰਮਬੱਧਤਾ ਲੈ ਕੇ ਜਿਹੜੀ ਰੌਚਕਤਾ ਉਹ ਆਉਂਦੀ। ਸੋ ਇਸ ਤਰ੍ਹਾਂ ਜਿਹੜੀ ਰੌਚਕਤਾ ਕਿ ਭਾਵ ਕਿਸੇ ਚੀਜ਼ ਨੂੰ ਰੌਚਕ ਬਣਾਉਣਾ, ਕਿਸੇ ਚੀਜ਼ ਨੂੰ ਦਿਲਚਸਪ ਬਣਾਉਣਾ। ਜਦੋਂ ਸਾਰੇ ਮਹੱਤਵ ਜਾਂ ਸਾਰੇ ਕਾਰਜ ਜਿਹੜੇ ਅਧਿਆਪਨ ਸੂਤਰਾਂ ਦੇ ਦੁਆਰਾ ਕੀਤੇ ਜਾਂਦੇ ਨੇ ਤਾਂ ਉਸ ਦੇ ਨਾਲ ਹੀ ਜਿਹੜਾ ਅਧਿਆਪਨ ਹੈ ਜਾਂ ਸਿੱਖਣਾ ਹੈ ਉਸ ਦੇ ਵਿੱਚ ਰੌਚਕਤਾ ਆਉਂਦੀ ਹੈ। ਔਰ ਇਸ ਦੇ ਨਾਲ ਅਸੀਂ ਇਹਨਾਂ ਦੇ ਜਿਹੜੇ ਮਹੱਤਵ ਦੀ ਗੱਲ ਕਰੀਏ ਤਾਂ ਇਹਨਾਂ ਦੇ ਬਹੁਤ ਸਾਰੇ ਮਹੱਤਵ ਨੇ, ਇਹਨਾਂ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ ਜਿਹਦੇ ਨਾਲ ਕੀ ਹੈ ਜਿਹੜਾ ਅਧਿਆਪਨ ਕਾਰਜ ਹੈ ਉਹ ਨੇਪਰੇ ਚੜ੍ਹਦਾ ਜਾਂ ਅਧਿਆਪਨ ਕਾਰਜ ਹੈ ਜਿਹੜਾ ਉਹ ਸਫਲਤਾਪੂਰਵਕ ਹੈ ਜਿਹੜਾ ਉਹ ਹੋ ਨਿਬੜਦਾ। ਜੇਕਰ ਇਹਨਾਂ ਜਿਹੜੇ ਅਸੀਂ ਇਸੇ ਸਿੱਟੇ ਤੇ ਪੁੱਜਦੇ ਹਾਂ ਇਹਨਾਂ ਵਿਸ਼ੇਸ਼ਤਾਵਾਂ ਨੂੰ ਜਾਣ ਕੇ ਔਰ ਇਹਨਾਂ ਦੀ ਮਹੱਤਤਾ ਨੂੰ ਜਾਣ ਕੇ ਕਿ ਜੇਕਰ ਅਧਿਆਪਨ ਕਾਰਜ ਦੇ ਵਿੱਚੋਂ ਅਧਿਆਪਨ ਸੂਤਰਾਂ ਨੂੰ ਹਟਾ ਦਿੱਤਾ ਜਾਵੇ ਤਾਂ ਅਧਿਆਪਨ ਕਾਰਜ ਹੈ ਜਿਹੜਾ ਉਹ ਅਧੂਰਾ ਜਿਹਾ ਜਾਪੇਗਾ। ਅਧਿਆਪਨ ਕਾਰਜ ਹੈ ਜਿਹੜਾ ਉਸ ਦੇ ਵਿੱਚੋਂ ਕੁਝ ਨਾ ਕੁਝ ਉਸ ਦੇ ਵਿੱਚ ਰੌਚਕਤਾ ਜਾਂ ਉਸ ਦਾ ਕਹਿ ਲਓ ਕਿ ਉਸ ਦੀ ਕਰਮਬੱਧਤਾ ਜਾਂ ਕਹਿ ਲਓ ਕਿ ਵਿਦਿਆਰਥੀਆਂ ਦੀ ਸਹਿਭਾਗਤਾ ਜਾਂ ਉਹ ਜਿਹੜੇ ਅਧਿਆਪਨ ਸਿੱਖਣ ਕਾਰਜ ਨੇ ਔਰ ਉਹਨਾਂ ਦੀ ਦਿਲਚਸਪੀ ਉਹਨਾਂ ਦੇ ਵਿੱਚ ਹੈ ਜਿਹੜੀ ਉਹ ਘਟ ਸਕਦੀ ਹੈ। ਸੋ ਇਹਨਾਂ ਦੇ ਨਾਲ ਕੀ ਹੈ ਕਿ ਜਿਹੜਾ ਅਧਿਆਪਨ ਇਹਨਾਂ ਦਾ ਅਹਿਮ ਸਥਾਨ ਹੋਣ ਦੇ ਕਾਰਨ ਜਿਹੜਾ ਅਧਿਆਪਨ ਹੈ ਉਹ ਆਪਣੇ ਪੂਰਨ ਨਤੀਜੇ ਪ੍ਰਾਪਤ ਕਰਦਾ ਔਰ ਆਪਣੇ ਜਿਹੜੇ ਕਾਰਜ ਨੇ ਉਹਨਾਂ ਦੇ ਵਿੱਚ ਸਪਸ਼ਟਤਾ ਲੈ ਕੇ ਆਉਂਦਾ। ਸੋ ਜਿਹਦੇ ਨਾਲ ਕੀ ਹੈ ਕਿ ਇੱਕ ਅਧਿਆਪਕ ਵੀ ਔਰ ਇੱਕ ਵਿਦਿਆਰਥੀ ਵੀ ਜਾਂ ਕਹਿ ਲਓ ਕਿ ਅਧਿਆਪਨ ਸਿੱਖਣ ਦੇ ਨਾਲ ਜੁੜਿਆ ਜੋ ਵੀ ਵਿਅਕਤੀ ਹੈ ਉਹ ਕੀ ਹੈ ਉਸ ਦਾ ਵਿਕਾਸ ਹੁੰਦਾ ਔਰ ਉਹ ਤਰੱਕੀ ਦੀ ਰਾਹ ਦੇ ਵੱਲ ਵੱਧਦਾ। ਸੋ ਵਿਦਿਆਰਥੀਓ ਅੱਜ ਅਸੀਂ ਅਧਿਆਪਨ ਸੂਤਰਾਂ ਦੀ ਜਿਹੜੀ ਮਹੱਤਤਾ ਹੈਗੀ ਆ ਜਾਂ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਆ ਔਰ ਬਾਕੀ ਅਸੀਂ ਇਸ ਦੇ ਬਾਰੇ ਜਿਹੜੀ ਜਾਣਕਾਰੀ ਉਹ ਆਪਣੇ ਅਗਲੇ ਲੈਕਚਰ ਦੇ ਵਿੱਚ ਦੇਵਾਂਗੇ। ਅੱਜ ਲਈ ਇੰਨਾ ਹੀ, ਧੰਨਵਾਦ।